हिंदू राष्ट्र मंग रहे हैं उदों तो कोई इतराज़ नहीं हुंदा हैगा। जदों असीं सिख राष्ट्र मंगदे हां तां फिर इन्हां नूं क्यों तकलीफां हुंदियां? किड्डा बड़ा ये ड्रामा कर रहे हैं। मेरे हिंदू वीर पंडितां नूं उत्थे लैके जांदे ने, मैनूं कोई इतराज़ नहीं, अच्छा लग्या लैके जाओ जी, सदके लैके जाओ। पर किन्ना सोहना लग हुंदा कि मेरे सिख वीरां दे कुछ भाई जी भी अंदर हुंदे, ईसाई भरावां दे पास्टर भी अंदर हुंदे, मुस्लिम वीरां दे कुछ मौलवी भी अंदर हुंदे, तां ये गुलदस्ता तुहानूं एक अलग तरह का ही नज़र आउंदा। साडे देश की राष्ट्रपति जो है वो दलित भाईचारे चों आउंदी है, उहनूं एक पासे खड़ा कर दिता गया, जबकि भारत की मालक अगर आप मन्नीए सब तो ज़्यादा उच्चा जिहड़ा रुतबा है तो राष्ट्रपति का रुतबा है, उसनूं इन्हां ने नकार के एक पासे खड़ा कर दिता ते एक सिर्फ विशेष कौम नूं अंदर लिजा के उन्हां तो पूजा वगैरह कराई गई। सानू उन्हां दी पूजा की बिल्कुल कोई इतराज़गी नहीं हैगी। सानू इतराज़गी ये है कि भी साडे सिख वीरां कोलों उन्हां दे भाईयां तो भाई साहब नूं अंदर लिजा के अरदास क्यों नहीं कराई गई, मौलवी साहिबान नूं इस्लाम धर्म दे वल्लों अंदर लिजा के अल्लाह दे अगे अरदास क्यों नहीं कराई गई। दर्शकों, अज बरगाड़ी जिथे पंथ दर्दी इकत्तर होए, क्योंकि अज दे दिन 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲੇ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਹੈ ਔਰ ਚੋਰੀ ਕਰਨ ਵਾਲੇ ਥੋੜੇ ਦਿਨਾਂ ਬਾਅਦ ਪੋਸਟਰ ਲਾਉਂਦੇ ਨੇ ਵੀ ਤੁਹਾਡਾ ਗੁਰੂ ਸਾਡੇ ਕੋਲ ਅਗਵਾ ਕੀਤਾ, ਜੇ ਹਿੰਮਤ ਤੇ ਲੈ ਲਓ। ਥੋੜੇ ਦਿਨਾਂ ਬਾਅਦ ਪੱਤਰੇ ਗਲੀਆਂ ਨਾਲੀਆਂ ਦੇ ਵਿੱਚ ਖਿਲਾਰੇ ਵੀ ਜਾਂਦੇ ਨੇ, ਉਦੋਂ ਬਾਅਦ ਧਰਨੇ ਲੱਗ ਜਾਂਦੇ ਨੇ। ਬਾਣੀ ਪੜ੍ਹਦੇ ਆ ਤੇ ਗੰਦੇ ਪਾਣੀ ਦੀਆਂ ਵਿਛਾੜਾਂ ਉਸ ਵੇਲੇ ਦੀ ਹਕੂਮਤ ਕਰਦੀ ਹੈ, ਧੱਕੇਸ਼ਾਹੀ। ਉਦੋਂ ਬਾਅਦ ਬਰਗਾੜੀ 2 ਸਿੰਘ ਸ਼ਹੀਦ ਹੋ ਜਾਂਦੇ ਨੇ। ਇਨਸਾਫ ਅਜੇ ਕਿਸੇ ਪਾਸੇ ਕੋਈ ਆਸ ਨਹੀਂ ਵੀ ਮਿਲ ਜਾਏਗਾ। ਸ਼ਹੀਦ ਪਰਿਵਾਰਾਂ ਦੇ ਗਾਂ ਬੱਚੇ ਉਹ ਵੀ ਮੋਰਚਾ ਲਾ ਕੇ ਬੈਠੇ ਹੋਏ ਨੇ। ਸੋ ਅੱਜ ਇੱਥੇ ਬਹੁਤ ਵੱਡਾ ਇਕੱਠ ਸੀ ਬਰਗਾੜੀ ਦੇ ਵਿੱਚ, ਦਸਮ ਪਾਤਸ਼ਾਹ ਦੇ ਗੁਰੂ ਘਰ ਦੇ ਵਿੱਚ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਰੋਜ਼ਮਰਾ ਇੱਕ ਗ੍ਰਿਫਤਾਰੀ ਜਥਾ ਤੁਰਦਾ। ਸੋ ਉੱਥੇ ਅੱਜ ਇਕੱਠ ਸੀ ਜਿੱਥੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਉੱਥੇ ਸਾਡੇ ਪੰਜਾਬ ਦੇ ਮੁਸਲਿਮ ਵੀਰ ਜਿਹੜੇ ਮਲੇਰਕੋਟਲੇ ਤੋਂ ਸੰਗਤ ਲੈ ਕੇ ਪੁੱਜੇ ਨੇ। ਹਾਜੀ ਅਨਵਰ ਅਹਿਮਦ ਜਿਨ੍ਹਾਂ ਨੂੰ ਬਿੱਟੂ ਚੌਹਾਨ ਕਰਕੇ ਵੀ ਜਾਣਿਆ ਜਾਂਦਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਕਿਵੇਂ ਅੱਜ ਵੇਖਦੇ ਵੀ ਇਨਸਾਫ ਜਿਹੜਾ ਖੰਭ ਲਾ ਕੇ ਉੱਡਿਆ ਪਿਆ, 3 ਸਰਕਾਰਾਂ ਬਦਲ ਜਾਂਦੀਆਂ, 4 ਮੁੱਖ ਮੰਤਰੀ ਬਦਲ ਜਾਂਦੇ ਨੇ ਔਰ ਹਰੇਕ ਕਹਿੰਦਾ ਵੀ ਤੁਹਾਨੂੰ ਇਨਸਾਫ ਅਸੀਂ ਦਿਵਾਵਾਂਗੇ। ਕੋਈ ਗੁਟਕਾ ਫੜ ਕੇ ਵੀ ਕਹਿ ਦਿੰਦਾ, ਕੋਈ ਗਰੰਟੀਆਂ ਵੀ ਦਿੰਦਾ ਰਿਹਾ, ਕੋਈ 24 ਘੰਟੇ ਵੀ ਕਹਿੰਦਾ ਰਿਹਾ, ਪਰ ਅਜੇ ਇਨਸਾਫ ਕਿਸੇ ਪਾਸੇ ਕੋਈ ਆਸ ਨਹੀਂ ਵੀ ਮਿਲ ਜਾਏਗਾ। ਕਿਵੇਂ ਵੇਖਦੇ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਇਹ ਕਾਂਡ ਅੱਜ ਤੋਂ ਤਕਰੀਬਨ 8 ਸਾਲ ਹੋ ਗਏ ਨੇ ਇਹਨੂੰ ਹੋਏ ਨੂੰ। 1/6/2015 ਨੂੰ ਦੁਸ਼ਟਾਂ ਰਾਹੀਂ ਬੇਅਦਬੀ ਦਾ ਇਹ ਕਾਂਡ ਕੀਤਾ ਗਿਆ ਸੀਗਾ। ਅੱਜ 1/6/2023 ਹੈ, ਤਕਰੀਬਨ 9ਵਾਂ ਸਾਲ ਲੱਗ ਗਿਆ ਹੈ। ਹਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ, ਕੋਈ ਗ੍ਰਿਫਤਾਰੀਆਂ ਨਹੀਂ ਹੋਈਆਂ, ਕੋਈ ਕੇਸ ਨਹੀਂ ਪਾਏ ਗਏ। ਅਗਰ ਇਹੀ ਕਿਸੇ ਇਸਲਾਮੀ ਕੰਟਰੀ ਦੇ ਵਿੱਚ ਹੋਇਆ ਹੁੰਦਾ ਤਾਂ ਤੀਸਰੇ ਦਿਨ ਉਹਨਾਂ ਦੀਆਂ ਗਰਦਨਾਂ ਧੜਾਂ ਦੇ ਨਾਲੋਂ ਅਲੱਗ ਹੋਈਆਂ ਪਈਆਂ ਜ਼ਮੀਨ ਤੇ ਮਿਲਣੀਆਂ ਸੀਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਾ ਕੇ ਕੁਰਾਨ ਦੇ ਇਸ ਤਰ੍ਹਾਂ ਹੋਇਆ ਹੁੰਦਾ, ਅੱਜ ਪਾ ਕੇ ਕੁਰਾਨ ਦਾ ਇਹ ਹੋਇਆ ਹੁੰਦਾ ਤਾਂ ਅਸੀਂ ਇਹ ਇੰਤਜ਼ਾਰ ਨਹੀਂ ਕਰਨਾ ਸੀਗਾ ਕਿ ਸਰਕਾਰ ਸਾਨੂੰ ਇਨਸਾਫ ਦੇਊਗੀ। ਇਨਸਾਫ ਮਿਲਦਾ ਨਹੀਂ ਹੈਗਾ, ਇਨਸਾਫ ਲੈਣਾ ਪੈਂਦਾ ਹੈ। ਸੋ ਮੇਰੇ ਵੀਰੋ, ਜੋ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਅਗਰ ਖਾਲਿਸਤਾਨ ਦੀ ਮੰਗ ਕਰ ਦੇਣ, ਇੱਕ ਰਾਸ਼ਟਰ ਦੀ ਮੰਗ ਕਰ ਦੇਣ, ਤਾਂ ਉਹਦਾ ਕਾਰਨ ਇਹੀ ਹੈ ਕਿ ਤੁਹਾਨੂੰ 15-15 ਸਾਲ, 20-20 ਸਾਲ, 40-40 ਸਾਲ ਅਦਾਲਤਾਂ ਦੇ ਵਿੱਚ ਖੱਜਲ ਖਵਾਰ ਹੋਣਾ ਪੈਂਦਾ ਹੈ। ਅਗਰ ਇਹ ਖਾਲਿਸਤਾਨ ਅੱਜ ਸਮਰਥਨ ਕਰਦੇ ਹੋ, ਮੁਸਲਮਾਨ ਵੀਰ ਖਾਲਿਸਤਾਨ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਦਾ ਸਮਰਥਨ ਕਰਦੇ ਹੋ? ਬਿਲਕੁਲ। ਜਦੋਂ ਇਹ ਸਿੱਖ ਹਿੰਦੂ ਰਾਸ਼ਟਰ ਮੰਗ ਰਹੇ ਨੇ ਉਦੋਂ ਤਾਂ ਕੋਈ ਇਤਰਾਜ਼ ਨਹੀਂ ਹੁੰਦਾ ਹੈਗਾ। ਜਦੋਂ ਅਸੀਂ ਸਿੱਖ ਰਾਸ਼ਟਰ ਮੰਗਦੇ ਹਾਂ ਤਾਂ ਫਿਰ ਇਹਨਾਂ ਨੂੰ ਕਿਉਂ ਤਕਲੀਫਾਂ ਹੁੰਦੀਆਂ? ਕੱਲ੍ਹ ਨੂੰ ਕੋਈ ਦੂਸਰਾ ਕੋਈ ਹੋਰ ਕੌਮ ਵਾਲਾ ਆਪਣਾ ਰਾਸ਼ਟਰ ਮੰਗੂਗਾ ਤਾਂ ਮੇਰਾ ਖਿਆਲ ਹੈ ਇਹਨਾਂ ਨੂੰ ਕੋਈ ਤਕਲੀਫਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਪਾਰਲੀਮੈਂਟ ਦਾ ਉਦਘਾਟਨ ਹੋਇਆ ਹੈ, ਤੁਸੀਂ ਸਟੇਜ ਤੇ ਵੀ ਸਪੀਚ ਦਿੱਤੀ ਹੈ, ਉਦਘਾਟਨ ਨੂੰ ਕਿਵੇਂ ਵੇਖਦੇ ਜੇ? ਵੀ ਵੇਖੋ ਪਾਰਲੀਮੈਂਟ ਦੇ ਵਿੱਚ ਹਰੇਕ ਮਜ਼ਹਬ ਦਾ ਮੈਂਬਰ ਪਾਰਲੀਮੈਂਟ ਜਾਂਦਾ ਹੈ, ਮੁਸਲਮਾਨ ਵੀਰ ਵੀ ਮੈਂਬਰ ਪਾਰਲੀਮੈਂਟ ਨੇ, ਸਿੱਖ ਵੀ ਨੇ, ਈਸਾਈ ਵੀ ਨੇ, ਪਰ ਉੱਥੇ ਮਤਲਬ ਉਹਨਾਂ ਨੂੰ ਉਹਨਾਂ ਬਣਦਾ ਮਾਣ ਕਿਉਂ ਨਹੀਂ ਦਿੱਤਾ ਗਿਆ? ਪਾਰਲੀਮੈਂਟ ਦੇ ਵਿੱਚ ਤੁਸੀਂ ਦੇਖਿਆ ਹੋਣਾ, ਮੈਂ ਟੀਵੀ ਦੇ ਵਿੱਚ ਦੇਖਿਆ ਸੀ, ਉੱਥੇ ਮੋਦੀ ਐ ਲੰਮਾ ਪਿਆ ਔਰ ਉੱਥੇ ਕਿੱਡਾ ਬੜਾ ਇਹ ਡਰਾਮਾ ਕਰ ਰਹੇ ਨੇ। ਮੇਰੇ हिंदू वीर पंडितां नूं उत्थे लैके जांदे ने, मैनूं कोई इतराज़ नहीं, अच्छा लग्या लैके जाओ जी, सदके लैके जाओ। पर किन्ना सोहना लग हुंदा कि मेरे सिख वीरां दे कुछ भाई जी भी अंदर हुंदे, ईसाई भरावां दे पास्टर भी अंदर हुंदे,
ਮੁਸਲਮ ਵੀਰਾਂ ਦੇ ਕੁਝ ਮੌਲਵੀ ਵੀ ਅੰਦਰ ਹੁੰਦੇ ਤਾਂ ਇਹ ਗੁਲਦਸਤਾ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਹੀ ਨਜ਼ਰ ਆਉਂਦਾ। ਦੁਨੀਆ ਦੇ ਵਿੱਚ ਇਸ ਦੀ ਮਿਸਾਲ ਅਲੱਗ ਤਰ੍ਹਾਂ ਦੀ ਜਾਂਦੀ, ਕਿਉਂਕਿ ਗੁਲਦਸਤੇ ਦੇ ਵਿੱਚ ਗੁਲਾਬ ਦਾ ਫੁੱਲ ਵੀ ਸੋਹਣਾ ਲੱਗਦਾ ਹੈ, ਗੈਂਦੇ ਦਾ ਫੁੱਲ ਵੀ ਸੋਹਣਾ ਲੱਗਦਾ ਹੈ, ਕਲੀਆਂ ਦੇ ਨਾਲ ਵੀ ਇਹ ਸ਼ੁਭਾਉਂਦਾ ਹੈ। ਅਗਰ ਇਸ ਤੁਸੀਂ ਗੁਲਾਬ ਨੂੰ ਗੈਂਦੇ ਨੂੰ ਅਲੱਗ-ਅਲੱਗ ਕਰ ਦਿਓਗੇ, ਸਿੱਖਾਂ ਨੂੰ ਮੁਸਲਮਾਨਾਂ ਨੂੰ ਅਲੱਗ-ਅਲੱਗ ਕਰ ਦਿਓਗੇ, ਤਾਂ ਇਹ ਫਿਰ ਗੁਲਦਸਤਾ ਨਹੀਂ ਰਹੇਗਾ। ਤੁਹਾਨੂੰ ਲੱਗਦਾ ਵੀ ਦੇਸ਼ ਦੀ ਵਿਭਿੰਨਤਾ ਨੂੰ ਭੰਗ ਕੀਤਾ ਜਾ ਰਿਹਾ? ਬਿਲਕੁਲ, ਇਹ ਸਾਡੀ ਏਕਤਾ ਨੂੰ ਭੰਗ ਕਰ ਰਹੇ ਹਨ, ਸਾਡੀ ਅਖੰਡਤਾ ਨੂੰ ਭੰਗ ਕਰ ਰਹੇ ਹਨ। ਜਿਹੜਾ ਕਿ ਇਹ ਸਾਡੇ ਦੇਖੋ ਉੱਥੇ ਮੈਂ ਵੀ ਕਹਿ ਰਿਹਾ ਕਿ ਸਾਡੇ ਆਦੀਵਾਸੀ ਵੀਰਾਂ ਨੂੰ ਵੀ ਲੈ ਕੇ ਜਾਣਾ ਚਾਹੀਦਾ ਸੀਗਾ। ਸਾਡੀ ਦੇਸ਼ ਦੀ ਰਾਸ਼ਟਰਪਤੀ ਜੋ ਹੈ ਉਹ ਦਲਿਤ ਭਾਈਚਾਰੇ 'ਚੋਂ ਆਉਂਦੀ ਹੈ, ਉਹਨੂੰ ਇੱਕ ਪਾਸੇ ਖੜਾ ਕਰ ਦਿੱਤਾ ਗਿਆ, ਜਦ ਕਿ ਭਾਰਤ ਦੀ ਮਾਲਕ ਅਗਰ ਆਪਾਂ ਮੰਨੀਏ ਸਭ ਤੋਂ ਜ਼ਿਆਦਾ ਉੱਚਾ ਜਿਹੜਾ ਰੁਤਬਾ ਹੈ ਤਾਂ ਉਹ ਰਾਸ਼ਟਰਪਤੀ ਦਾ ਰੁਤਬਾ ਹੈ। ਉਸ ਨੂੰ ਇਹਨਾਂ ਨੇ ਨਕਾਰ ਕੇ ਇੱਕ ਪਾਸੇ ਖੜਾ ਕਰ ਦਿੱਤਾ ਤੇ ਇੱਕ ਸਿਰਫ ਵਿਸ਼ੇਸ਼ ਕੌਮ ਨੂੰ ਅੰਦਰ ਲਿਜਾ ਕੇ ਉਹਨਾਂ ਤੋਂ ਪੂਜਾ ਵਗੈਰਾ ਕਰਾਈ ਗਈ। ਸਾਨੂੰ ਉਹਨਾਂ ਦੀ ਪੂਜਾ ਦੀ ਬਿਲਕੁਲ ਕੋਈ ਇਤਰਾਜ਼ਗੀ ਨਹੀਂ ਹੈਗੀ। ਸਾਨੂੰ ਇਤਰਾਜ਼ਗੀ ਇਹ ਹੈ ਕਿ ਵੀ ਸਾਡੇ ਸਿੱਖ ਵੀਰਾਂ ਕੋਲੋਂ ਉਹਨਾਂ ਦੇ ਭਾਈਆਂ ਤੋਂ ਭਾਈ ਸਾਹਿਬ ਨੂੰ ਅੰਦਰ ਲਿਜਾ ਕੇ ਅਰਦਾਸ ਕਿਉਂ ਨਹੀਂ ਕਰਾਈ ਗਈ, ਮੌਲਵੀ ਸਾਹਿਬਾਨ ਨੂੰ ਇਸਲਾਮ ਧਰਮ ਦੇ ਵੱਲੋਂ ਅੰਦਰ ਲਿਜਾ ਕੇ ਅੱਲਾ ਦੇ ਅੱਗੇ ਅਰਦਾਸ ਕਿਉਂ ਨਹੀਂ ਕਰਾਈ ਗਈ। ਬਸ ਇਹੀ ਮੈਂ ਕਹਿਣਾ। ਅਖੀਰ ਦੇ ਵਿੱਚ ਵੀ ਉੱਥੇ ਜਿੱਥੇ ਉਹ ਖੁਸ਼ੀ ਮਨਾ ਰਹੇ ਨੇ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਦੀ, ਤੇ ਉਦੋਂ ਥੋੜੀ ਦੂਰ ਜਿਹੜੀਆਂ ਕੁੜੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਪਹਿਲਵਾਨੀ ਦੇ ਵਿੱਚ, ਰੈਸਲਿੰਗ ਦੇ ਵਿੱਚ, ਉਹਨਾਂ ਦੀ ਮਤਲਬ ਸੜਕਾਂ ਦੇ ਖਿੱਚ ਧੂ ਹੋਈ। ਪਹਿਲਾਂ ਤੇ ਉਹ ਧੀਆਂ ਜਿਹੜੀਆਂ ਨੇ ਦੂਸਰੇ ਦੇਸ਼ ਦੇ ਵਿਰੁੱਧ ਮੈਡਲਾਂ ਲਈ ਲੜੀਆਂ ਤੇ ਅੱਜ ਆਪਣੀ ਇੱਜ਼ਤ ਬਚਾਉਣ ਲਈ ਲੜ ਰਹੀਆਂ, ਤੇ ਉਹਨਾਂ ਨੂੰ ਕਿਉਂ ਨਹੀਂ ਇਨਸਾਫ ਮਿਲ ਰਿਹਾ? ਇਹ ਉਸੇ ਤਰ੍ਹਾਂ ਹੋ ਰਿਹਾ ਜਿਸ ਤਰ੍ਹਾਂ ਸਾਡੇ ਫੌਜੀ ਪਾਕਿਸਤਾਨ ਨਾਲ ਲੜ ਕੇ ਉਹਨਾਂ ਨੇ ਜੰਗਾਂ ਜਿੱਤੀਆਂ, ਚੀਨ ਨਾਲ ਲੜ ਕੇ ਜੰਗਾਂ ਜਿੱਤੀਆਂ, ਉਹਨਾਂ ਨੂੰ ਤਾਂ ਨਕਾਰਿਆ ਜਾ ਰਿਹਾ ਹੈ। ਜਿਹੜੇ ਉੱਥੇ ਜੰਗਾਂ ਦੇ ਵਿੱਚ ਕਿਸੇ ਦਾ ਸ਼ਹੀਦੀ ਦੇ ਵਿੱਚ ਨਾਂ ਤੱਕ ਨਹੀਂ ਹੈਗਾ, ਉਹਨਾਂ ਨੂੰ ਮੂਹਰੇ ਲੈ ਕੇ ਆ ਰਹੇ ਨੇ। ਇਹ ਕੁੜੀਆਂ ਜਿਨ੍ਹਾਂ ਨੇ ਮੈਡਲ ਜਿੱਤੇ ਹੈ ਔਰ ਦੇਸ਼ ਦਾ ਨਾਂ ਉੱਚਾ ਕੀਤਾ ਹੈ, ਇਹਨਾਂ ਨੂੰ ਬਿਲਕੁਲ ਨਕਾਰਿਆ ਜਾ ਰਿਹਾ ਹੈ ਔਰ ਇਹਨਾਂ ਨਾਲ ਇਹ ਧੱਕਾ ਕਰ ਰਿਹਾ ਹੈ। ਅਸੀਂ ਉਸ ਧੱਕੇ ਦੇ ਬਿਲਕੁਲ ਖਿਲਾਫ ਹਾਂ ਜੀ। ਤੁਸੀਂ ਉਹ ਹਿੰਦੂ ਬਹੁ ਬੇਟੀਆਂ ਦੇ ਨਾਲ, ਧੀਆਂ ਦੇ ਨਾਲ ਖੜੋਗੇ? ਮੁਸਲਮ ਭਾਈਚਾਰਾ ਬਿਲਕੁਲ, ਉਹ ਸਾਡੀਆਂ ਕੁੜੀਆਂ ਨੇ ਜੀ, ਸਾਡੀਆਂ ਭੈਣਾਂ ਨੇ। ਅਸੀਂ ਮੁਸਲਮ ਭਾਈਚਾਰਾ ਕਦੇ ਵੀ, ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀ ਕਿ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ। ਇਹ ਵਾਕ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ। ਤਾਂ ਫਿਰ ਦੱਸੋ ਕਿ ਇੱਥੇ ਗੁਰੂਆਂ ਨੂੰ ਹਿੰਦੂ ਕਹਿਣ ਵਾਲਾ ਕੌਣ ਆ ਗਿਆ? ਇਹ ਕੁਐਸਚਨ ਅੱਜ ਮੈਂ ਚੱਕਿਆ ਹੈ। ਇਹ ਕੁਐਸਚਨ ਬੜੀ ਡੂੰਘਾਈ ਵਾਲਾ ਕੁਐਸਚਨ ਹੈ। ਕਵਿਤਾ ਵੀ ਗਾਈ ਸੀ? ਬਿਲਕੁਲ ਉਹ ਕਵਿਤਾ ਜਿਹੜੀ, ਉਹ ਕਵਿਤਾ ਦਾ ਮੈਂ 2 ਲਾਈਨਾਂ ਫਿਰ ਦੁਬਾਰਾ ਰਿਪੀਟ ਕਰ ਦਿੰਦਾ। ਕਵਿਤਾ ਦੇ ਵਿੱਚ ਮੈਂ ਜੋ ਮੇਰੇ ਦਿਲ ਚੋਂ ਵਿਚਾਰ ਉੱਠੇ ਨੇ ਉਹ ਮੈਂ ਉਹਨਾਂ ਦੇ ਤੁਹਾਡੇ ਸਾਹਮਣੇ रूबरू ਕਰਨ ਲੱਗਿਆ। सिख को पंडित बताने कौन आया ये सवाल है, गुरमुख पे तिलक लगाने कौन आया ये सवाल है। नगाड़े बजते हैं गुरु घर में, नगाड़े बजते हैं गुरु घर में, ये तो खूब सुना था, यहाँ घंटियाँ बजाने कौन आया ये सवाल है। आसमान में चांद तारे और सूरज, आसमान में चांद तारे और सूरज, ये तो सब रब की सिफ्त में लगे हैं, परिक्रमा कर रहे हैं, तो यहाँ दियों से आरती कराने कौन आया ये सवाल है। केसरी निशान है, केसरी दस्तार है, केसरी चोला है, केसरी निशान है, केसरी दस्तार है, केसरी चोला है, तो इस केसरी को भगवा बनाने कौन आया ये सवाल है। कहते हैं मुसलमान को, कहते हैं मुसलमान को दुश्मन के साहिबजादे कत्ल किए, कहते हैं मुसलमान को दुश्मन के साहिबजादे कत्ल किए, बोलो सूबे को खबर पहुंचाने कौन आया ये सवाल है। दुनिया दीवानी थी सरदार की, दुनिया दीवानी थी सरदार की और उसके करदार की, तो हमें यहाँ संता बनता बुलाने कौन आया ये सवाल है। वो तो अकालपुर का दर था, हरमंदिर साहब की गल करना, वो तो अकालपुर का दर था और सिफ्ती का घर था, वो तो अकालपुर का दर था, सिफ्ती का घर था, उसे स्वर्ण मंदिर बताने कौन आया ये सवाल है। ना मैं हिंदू ना मैं हिंदू ना मुसलमान, ये तो पैगाम है बाबे नानक का। ना मैं हिंदू ना मुसलमान, ये पैगाम है बाबे नानक का, फिर गुरुओं को हिंदू बताने कौन आया ये सवाल है। अकाल की फ़ौज तो अकाल की अकीदतमंद है, अकाल की फ़ौज तो अकाल की अकीदतमंद है, फिर अकालियों को चंडी जपवाने कौन आया ये सवाल है। सिख को पंडित बताने कौन आया ये सवाल है, गुरमुख पे तिलक लगाने कौन आया ये सवाल है।
ਦਰਸ਼ਕੋ, ਇੱਕ ਕਵਿਤਾ ਦੇ ਵਿੱਚ ਇਹਨਾਂ ਨੇ ਘੱਟੋ ਘੱਟ ਵੀ ਸਿੱਖ ਦੇ ਉੱਪਰ 10-12 ਸਵਾਲ ਖੜੇ ਕੀਤੇ ਨੇ ਵੀ ਜਿਹੜਾ ਨਿਆਰਾਪਣ ਮੇਰੇ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਦਿੱਤਾ ਸੀ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬੇ ਗਹਿ ਵਿਪਰਨ ਕੀ ਰੀਤ ਤਬ ਨਾ ਕਰੋ ਮੈਂ ਕੀ ਪ੍ਰਤੀਤ। ਉਹ ਨਿਆਰਾਪਣ ਅੱਜ ਖੁੱਸ ਰਿਹਾ ਤੇ ਇਹ ਸਵਾਲ ਖੜੇ ਹੋਏ ਨੇ ਵੀ ਅੱਜ ਦਸਤਾਰਾਂ ਨਾਲ ਬੰਨ੍ਹ ਕੇ ਤਿਲਕ ਲਾਉਣ ਕਿਹੜਾ ਆ ਗਿਆ, ਅੱਜ ਮੰਦਰਾਂ ਜਿਹੜੇ ਘੰਟੀਆਂ ਸਨ ਗੁਰੂ ਘਰਾਂ 'ਚ ਕਿਵੇਂ ਆ ਗਈਆਂ, ਬੜੇ ਸਵਾਲ ਨੇ। ਸੋ ਇਹ ਸਵਾਲਾਂ ਦੇ ਜਵਾਬ ਸਾਨੂੰ ਕਮੈਂਟ ਬਾਕਸ ਜ਼ਰੂਰ ਦਿਆ ਜੇ। ਇੱਥੇ ਹੋਰ ਵੀ ਬੜੇ ਪੰਥਕ ਚਿਹਰੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।